गुरु का बख्शिया फतेह का नारा करिए बुलंद गज के आखिए जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। मैं हर बिन अवर न कोए हर गुर सरनाही पाईऐ। वन जारिया मित्रा वड भाग प्राप्त होए रहाओ। हर गुर सरनाही पाईऐ वन जारिया मित्रा वड भाग प्राप्त होए। वाहिगुरु ये पवित्र बचन चौथे पातशाह सोढ़ी सुल्तान छत्र चबर तखत के मालक धन धन श्री गुरु रामदास महाराज जी के उचारण किए हुए जो कल आपां शब्द आरंभ किया सी। धन धन श्री गुरु रामदास महाराज जी के कोल कुछ व्यापारी कुछ वणजारे आए जिन्हों ने बेनती की महाराज सानू व्यापार विचों किवें लाभ हो सकता कि साडा जीवन किवें सफला हो सकता। तो गुरु रामदास महाराज जी ने फिर बख्शिश किए बचन कि गुरु की शरण विच आके आरंभ किया सी बचन। हर हर उत्तम नाम है जिन सिरिया सब कोय जियो। जिन उपाई रंग रवाई बैठा वेखै वख अकेला। जिन्हें सानू बनाया उही साडी संभाल करन वाला है। तां ते सानू उस दा चेता करना चाहिए याद करना चाहिए उसनू हिरदे विच बसाउणा चाहिए। धन धन श्री गुरु रामदास महाराज जी इस पवित्र शब्द की रहाओ की पंक्ति जो आप जी ने सरबन की। मैं हर बिन अवर न कोए। मैं भी उसे परमेश्वर नूं सिमरदा हाँ तुहाडा भी उही है। घट घट मैं हरजू वसै संतन कहो पुकार। वो सारियां दे विच वसन वाला उही सब दा मालक है वाली है। उहदी शरण पैना चाहिए। पर यह सच जाणिओ कि गुरु की शरण मिल जाए तो समझो तुहाडे वड्डे भाग हैं। हर गुर सरनाई पाई है वणजारे मित्रा वड भाग प्राप्त होए। ये गुरु की शरण भी वड्डे भागां तो बगैर नहीं मिलती। वड भागी सतसंगत पावै भागहीन भरम चोटां खावै। बिन भागा सतसंग न लभै बिन संगत मैल भरीजै जियो। ਵੱਡੇ ਭਾਗਾਂ ਦੇ ਨਾਲ ਗੁਰੂ ਦੀ ਸ਼ਰਨ ਮਿਲਦੀ ਹੈ ਰਹਾਓ। ਅਗਲਾ ਪਦਾ ਆਰੰਭ ਕਰਦੇ ਹੋਏ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਵਣਜਾਰਿਆਂ ਨੇ ਬੇਨਤੀ ਕੀਤੀ ਮਹਾਰਾਜ ਜਿਹੜੇ ਨਾਮ ਦੀ ਮਹਿਮਾ ਆਪ ਜੀ ਕਰ ਰਹੇ ਹੋ ਜਿਹੜੇ ਨਾਮ ਦੀ ਗੱਲ ਆਪ ਜੀ ਕਰ ਰਹੇ ਹੋ ਉਹ ਨਾਮ सानू किवें मिल सकता है कित्थों मिल सकता। तो सतगुरु पातशाह जी ने या दूसरे गुरुआं ने किते भी ये नहीं कहा कि मैं देऊँगा। देना तो उन्होंने नहीं सीगा। ये तो हुण सिख बेनती करे झोली अड्ड के कि महाराज जी देओ बख्शो। सतगुरु हमेशा कहते हैं रब दे प्यारियां दी शरण विचों संत जना बिन भाईआ हर किने न पाया नाओ। रब दे प्यारियां दी संगत तो बगैर ये नाम होर कितों नहीं मिलना। इसदा इहो ही ठिकाना है जिथे रब दे प्यारे वसदे हन। प्रभ जी वसे साध की रसना रब भी उत्थे ही वसदा है। नानक जनका दासन दसना पर अपने आप नूं उन्हां दे चरनां दा दास बना के जाना चाहिए।
ਇਹ ਨਾਨਕ ਆਪਣੇ ਆਪ ਨੂੰ ਉਹਨਾਂ ਦੇ ਦਾਸਾਂ ਦਾ ਦਾਸ ਦੱਸਦਾ ਹੈ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਣ ਦਸਨਾ। ਜਨ ਹੋ ਗਏ ਰੱਬ ਦੇ ਪਿਆਰੇ, ਉਹਨਾਂ ਦੇ ਦਾਸਾਂ ਦਾ ਦਾਸ। ਭਾਵ ਇੰਨੀ ਨਿਮਰਤਾ ਦੇ ਨਾਲ ਹੀ ਸਾਨੂੰ ਰੱਬ ਦੇ ਪਿਆਰਿਆਂ ਤੋਂ ਕੁਝ ਪ੍ਰਾਪਤ ਹੋ ਸਕਦਾ। ਭਾਵ ਭਾਂਡਾ ਖਾਲੀ ਕਰਕੇ ਲਿਜਾਈਏ ਫਿਰ ਤਾਂ ਕੁਛ ਪਾਵੇ ਅਗਲਾ। ਤੁਸੀਂ ਦੁੱਧ ਲੈਣ ਲੱਗੇ ਵੀ ਭਾਂਡੇ ਨੂੰ ਸਾਫ਼ ਕਰਕੇ ਦੇਖਦੇ ਹੋ, ਉਹਦੀ ਖੁਸ਼ਬੂ ਵੀ ਦੇਖਦੇ ਹੋ ਨੱਕ ਦੇ ਨਾਲ ਵੀ, ਠੀਕ ਆ, ਬਦਬੂ ਤਾਂ ਨਹੀਂ ਆ ਰਹੀ। ਫਿਰ ਉਹਦੇ ਵਿੱਚ ਦੁੱਧ ਪੈਂਦਾ। ਦੁੱਧ ਵੀ ਇੱਕ ਅੰਮ੍ਰਿਤ ਹੈ। ਗੁਰੂ ਨੇ ਵੀ ਅੰਮ੍ਰਿਤ ਦੇਣਾ ਹੈ, ਨਾਮ ਦੀ ਦਾਤ ਦੇਣੀ ਹੈ, ਉਹਨੇ ਵੀ ਭਾਂਡਾ ਦੇਖਣਾ। ਭਾਂਡਾ ਧੋਏ ਵੈਸ ਧੂਪ ਦੇਵੋ, ਤੋ ਦੁੱਧੈ ਕੋ ਜਾਓ। ਦੁੱਧ ਲੈਣ ਵੇਲੇ ਵੀ ਭਾਂਡਾ ਸਾਫ਼ ਕਰਦੇ ਹਾਂ, ਗੁਰੂ ਕੋਲੇ ਨਾਮ ਲੈਣ ਵੇਲੇ ਵੀ ਭਾਂਡਾ ਸਾਫ਼ ਕਰਨਾ ਪੈਣਾ। ਅਤੇ ਜਿਹੜਾ ਭਾਂਡਾ ਉਹਨੂੰ ਵਧੀਆ ਲੱਗ ਗਿਆ ਉਹਨੇ ਉਹ 'ਚ ਵਸਤੂ ਪਾ ਦੇਣੀ ਆ। ਇਹ ਤਾਂ ਤੁਹਾਡੀਆਂ ਘਰ ਦੀਆਂ ਉਦਾਹਰਨਾਂ ਸਾਰੀਆਂ। ਕੋਈ ਵਸਤੂ ਪਾਉਣ ਲੱਗੇ ਬਰਤਨ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹੋ ਪਹਿਲਾਂ। ਇਸੇ ਤਰ੍ਹਾਂ ਗੁਰੂ ਵੀ ਬਰਤਨ ਦੇਖਦਾ, ਸਾਡਾ ਹਿਰਦਾ ਰੂਪੀ ਵੀ ਸਾਫ਼ ਹੋ ਗਿਆ। ਆ ਦੇਖੋ ਨਾ, ਝਿੜਕ ਮਾਰਦੇ ਆ ਧੰਨ ਗੁਰੂ ਨਾਨਕ ਦੇਵ ਜੀ ਜੋਗੀਆਂ ਨੂੰ। ਇੱਕ ਜਿਸ ਵੇਲੇ ਮੇਰੇ ਪ੍ਰੀਤਮ ਨੇ ਸਮੇਰ ਪਰਬਤ ਦੀ ਯਾਤਰਾ ਆਰੰਭ ਕੀਤੀ ਨਾ, ਅਤੇ ਗੋਰਖਨਾਥ ਬੜਾ ਉੱਚਾ ਪਹੁੰਚਿਆ ਹੋਇਆ ਸੀ, ਅਤੇ ਉਹ ਆਪਣੇ ਸਿੱਧਾਂ ਨੂੰ ਜੋਗੀਆਂ ਨੂੰ ਭੇਜਦਾ ਥੱਲੇ, ਬਈ ਇੱਕ ਨਾ ਮਾਤ ਲੋਕ 'ਚੋਂ ਹੱਡ ਮਾਸ ਦਾ ਪੂਤਲਾ ਸਾਧ ਆ ਰਿਹਾ ਨਾਨਕ। ਉਹ ਆਪਣੇ ਤੋਂ ਅੱਗੇ ਜਾਣ ਨੂੰ ਫਿਰਦਾ, ਅਤੇ ਜਾਓ ਉਹਨੂੰ ਜਿੱਤ ਕੇ ਪਹਿਲਾਂ ਆਪਣਾ ਚੇਲਾ ਬਣਾ ਕੇ ਆਓ। ਅਤੇ ਬਈ ਕਈ ਜੋਗੀ ਆਏ ਔਰ ਕਈ ਤਰ੍ਹਾਂ ਦੇ ਪ੍ਰਸ਼ਨ ਕੀਤੇ ਉਹਨਾਂ ਨੇ, ਅਤੇ ਸਤਿਗੁਰਾਂ ਨੇ ਸਾਰਿਆਂ ਦੇ ਪ੍ਰਸ਼ਨਾਂ ਦਾ ਜਵਾਬ ਦਿੱਤਾ, ਅਤੇ ਛਿੱਥੇ ਜੇ ਪੈ ਕੇ ਮੁੜ ਗਏ। ਇਹਨਾਂ 'ਚੋਂ ਇੱਕ ਜੋਗੀ ਆਉਂਦਾ ਅਤੇ ਪੁੱਛਦਾ ਹੈ ਕਿ ਬਾਲੇ ਇਹ ਦੱਸ, ਬਾਲਾ ਗੁਰੂ ਨਾਨਕ ਦੇਵ ਜੀ ਨੂੰ ਬਾਲਕਾ ਕਹਿੰਦੇ, ਕਿਉਂਕਿ ਉਹਨਾਂ ਦੀਆਂ ਉਮਰਾਂ ਵਧਾਈਆਂ ਹੋਈਆਂ ਸੀ। ਬਾਬਾ ਜੀ ਦੀ ਨੋਰਮਲ ਉਮਰ ਸੀ ਕੁਦਰਤ ਮੁਤਾਬਕ। ਉਹਨਾਂ ਨੇ ਸਵਾਸ ਰੋਕ ਰੋਕ ਕੇ ਆਪਣੇ ਜੀਵਨ ਨੂੰ ਲੰਬਾ ਕੀਤਾ ਹੋਇਆ ਸੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਬੱਚਾ ਸਮਝਦੇ ਆ ਤਾਂ ਤੇ ਬਾਲਾ ਕਹਿੰਦੇ ਆ। ਕਹਿੰਦੇ ਬਾਲੇ ਇਹ ਦੱਸ ਵੀ ਮਰਦਾ ਕੌਣ? ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਤੇਰੀ ਮਾਂ ਕੁਚੱਜੀ ਆਹੀ, ਬਾਸਣ ਧੋਏ ਨਾ ਦੁੱਧ ਜਮਾਹੀ। ਹੁਣ ਜੇ ਭਲਾ ਦੁੱਧ ਜਮਾਇਆ ਹੋਇਆ ਰਾਤ ਨੂੰ ਅਤੇ ਤੜਕੇ ਨੂੰ ਖਰਾਬ ਹੋ ਜੇ ਅਤੇ ਗਲਤੀ ਕਿਹਦੀ ਆ? ਜਿਹਨੇ ਰਿੜਕਣਾ ਦੇਖਿਆ ਨਹੀਂ, ਸਾਫ਼ ਨਹੀਂ ਕੀਤਾ। ਕੋਈ ਸਤਨਾਮ ਸ੍ਰੀ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰੀ ਮਾਂ, ਭਾਵ ਮਾਂ ਪਿਓ ਹੁੰਦਾ ਗੁਰੂ। ਬਈ ਤੇਰਾ ਗੁਰੂ ਗੋਰਖਨਾਥ ਜਿਹੜਾ ਕੁਚੱਜਾ ਹੈ, ਉਹਨੂੰ ਅਕਲ ਨਹੀਂ ਸੀ? ਤੇਰੇ ਉਵੇਂ ਮੁੰਦਰਾਂ ਪਾਤੀਆਂ ਕੰਨ ਪਾੜ ਕੇ, ਸਿਰ ਘੋਲ ਮੋਲ ਕਰਤਾ ਵਾ, ਜੋਗੀ ਬਣ ਗਿਆ। ਤੈਨੂੰ ਪਹਿਲਾਂ ਦੱਸਿਆ ਨਹੀਂ ਉਸ ਨੇ ਮਰਦਾ ਕੌਣ ਆ? ਉਹ ਤਾਂ ਛਿੱਥਾ ਜਿਹਾ ਪੈ ਗਿਆ, ਹੈਰਾਨ ਹੋਇਆ ਵੀ ਹੈ। ਬਾਬਾ ਜੀ ਕਹਿੰਦੇ ਕੋਈ ਨਹੀਂ ਮਰਦਾ। ਨਵੀਂ ਗੱਲ ਸਾਰੇ ਜੋਗੀਆਂ ਨੇ ਪਹਿਲੀ ਵਾਰ ਸੁਣੀ, ਆਪਾਂ ਵੀ ਪਹਿਲੀ ਵਾਰ ਸੁਣੀ ਬਾਬੇ ਨਾਨਕ ਤੋਂ ਵੀ ਕੋਈ ਨਹੀਂ ਮਰਦਾ। ਢਿੱਲਾ ਜਿਹਾ ਪੈ ਗਿਆ। ਕਹਿੰਦੇ ਇਹ ਕੀ ਗੱਲ ਬਣੀ? ਕਹਿੰਦੇ ਤੈਨੂੰ ਜੋਗ ਸਹੀ ਨਹੀਂ ਮਿਲਿਆ। ਤੇਰੇ ਗੁਰੂ ਗੋਰਖਨਾਥ ਨੂੰ ਚੱਜ ਨਹੀਂ ਹੈ ਕਿਵੇਂ ਜੋਗ ਦੇਈਦਾ? ਪਹਿਲਾਂ ਭਾਂਡਾ ਸਾਫ਼ ਕਰੀਦਾ, ਭਾਵ ਪਹਿਲਾਂ ਪੂਰਾ ਗਿਆਨ ਦੇਈਦਾ ਬੰਦੇ ਨੂੰ। ਕਿਸੇ ਨੂੰ ਸੋਨੇ ਦੀ ਟੂਮ ਫੜਾ ਦਿਓ, ਸਮਝਾਓ ਨਾ ਵੀ ਕੀਮਤੀ ਆ, ਉਹ ਜਾਂਦਾ ਰਾਹ ਸਿੱਟ ਜੂਗਾ। ਉਹ ਸਤਨਾਮ ਸ੍ਰੀ। ਪਹਿਲਾਂ ਦੱਸਣਾ ਚਾਹੀਦਾ ਵੀ ਚੀਜ਼ ਕੀਮਤੀ ਆ, ਸਾਂਭ ਕੇ ਰੱਖਿਓ। ਕਹਿੰਦੇ ਜੀ ਫਿਰ ਦੱਸੋ ਤਾਂ ਸਹੀ ਮਰਦਾ ਕੌਣ ਆ? ਕਹਿੰਦੇ ਨਹੀਂ ਮਰਦਾ ਕੋਈ। ਕਹਿੰਦੇ ਕਿਵੇਂ? ਕਹਿੰਦੇ ਦੇਖੋ ਪੰਜਾਂ ਤੱਤਾਂ ਦਾ ਸਰੀਰ ਬਣਿਆ। ਕਹਿੰਦੇ ਹਾਂ ਜੀ। ਅੱਗ, ਮਿੱਟੀ, ਪਾਣੀ, ਹਵਾ, ਆਕਾਸ਼। ਹਾਂਜੀ। ਵਿੱਚ ਕੌਣ ਬੈਠਾ ਹੈ? ਆਤਮਾ। ਤੂੰ ਦੱਸ ਆਤਮਾ ਮਰਦੀ ਹੈ? ਕਹਿੰਦਾ ਜੀ ਨਹੀਂ ਮਰਦੀ। ਕਹਿੰਦੇ ਆਤਮਾ 'ਚੋਂ ਨਿਕਲ ਜਾਂਦੀ ਆ। ਉਹ ਜੇ ਪਰਮੇਸ਼ਰ ਨੂੰ ਯਾਦ ਕਰੇ ਤਾਂ ਉਹਦੇ ਵਿੱਚ ਮਿਲ ਜਾਂਦੀ ਆ, ਨਾ ਯਾਦ ਕਰੇ ਤਾਂ ਨਵਾਂ ਜਨਮ ਧਾਰ ਲੈਂਦੀ ਆ। ਅਤੇ ਪੰਜੇ ਤੱਤ ਅੱਡੋ ਅੱਡ ਹੋ ਜਾਂਦੇ ਆ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਇੱਕ, ਰੋਵਨ ਹਾਰੇ ਕੀ ਕਵਨ ਟੇਕ। ਦੱਸ ਕਾ ਕੌਣ ਮਰਿਆ? ਕਹਿੰਦਾ ਜੀ ਕੋਈ ਨਾ ਮਰਿਆ ਫਿਰ ਤਾਂ।
ਮਿੱਟੀ ਮਿੱਟੀ 'ਚ ਮਿਲ ਗਈ, ਪਾਣੀ ਪਾਣੀ 'ਚ ਮਿਲ ਗਿਆ, ਅੱਗ ਅੱਗ 'ਚ ਮਿਲ ਗਈ, ਆਕਾਸ਼ ਤਾਂ ਮਰਦਾ ਹੀ ਨਹੀਂ, ਸਾਹਮਣੇ ਦਿਸਦਾ, ਔਰ ਹਵਾ ਹਵਾ 'ਚ ਮਿਲ ਗਈ, ਜੋਤ ਜੋਤ ਵਿੱਚ ਰਲ ਗਈ। ਫਿਰ ਮਰਿਆ ਕੌਣ? ਜਿਹੜਾ ਬੜੇ ਹੰਕਾਰ ਨਾਲ ਆਇਆ ਸੀ, ਕਹਿੰਦਾ ਮੈਂ ਜਾਂਦਿਆਂ ਹੀ ਬਾਬੇ ਨਾਨਕ ਦੇ ਕੰਨਾਂ 'ਚ ਮੁੰਦਰਾ ਪਾ ਦੂੰਗਾ, ਢਿੱਲਾ ਜਿਹਾ ਪੈ ਕੇ ਮੁੜ ਗਿਆ। ਇਸ ਕਰਕੇ ਬੰਦਾ ਖਾਲੀ ਹੋ ਕੇ ਗੁਰੂ ਕੋਲ ਆਵੇ। ਸਾਧੂ ਕੋ ਮਿਲਨੇ ਜਾਈਏ, ਸਾਥ ਨਾ ਲੀਜਿਆ ਕੋਏ। ਇਹਦਾ ਮਤਲਬ ਇਹ ਨਹੀਂ ਕਿ ਆਂਢੀਆਂ ਗੁਆਂਢੀਆਂ ਨੂੰ, ਦੋਸਤਾਂ ਮਿੱਤਰਾਂ ਨੂੰ ਗੁਰੂ ਘਰ ਨਹੀਂ ਲੈ ਕੇ ਜਾਣਾ, ਲਿਜਾਣਾ ਚਾਹੀਦਾ ਹੈ। ਅਤੇ ਫਿਰ ਕਿਹਨੂੰ ਨਹੀਂ ਲੈ ਕੇ ਆਉਣਾ ਭਲਾ? ਪੰਜਾਂ ਵਿਕਾਰਾਂ ਨੂੰ, ਆਪਣੀ ਕੁਰਸੀ ਦੀ ਪਦਵੀ ਨੂੰ, ਵੀ ਮੈਂ DC ਹਾਂ, ਮੈਂ ਫਲਾਨਾ, ਮੈਂ ਧਿਉਂਕਾ, ਮੈਂ ਵੱਡਾ ਅਫਸਰ, ਇਹ ਘਰੇ ਛੱਡ ਕੇ ਇੱਥੇ ਵਿਦਿਆਰਥੀ ਬਣ ਕੇ ਆਉਣਾ। ਕਹੋ ਸਤਿਨਾਮ, ਫਿਰ ਕੁਛ ਮਿਲੂਗਾ। ਜੇ ਪਹਿਲੇ ਤੁਸੀਂ ਆਪਣੀ ਪਦਵੀਆਂ ਦੇ ਨਾਲ, ਹੰਕਾਰ ਦੇ ਨਾਲ ਭਰੇ ਹੋਏ ਹੋ, ਫਿਰ ਗੁਰੂ ਦੇ ਦਰ ਤੋਂ ਕੁਛ ਨਹੀਂ ਮਿਲਣਾ। ਇੱਥੇ ਤਾਂ ਬੱਚਿਆਂ ਵਾਂਗੂ ਬੱਚਾ ਬਣ ਕੇ ਆਉਣਾ ਪਊ। ਮੈਂ ਕੁਛ ਨਹੀਂ ਜਾਣਦਾ, ਤੁਸੀਂ ਕਿਰਪਾ ਕਰੋ, ਬਸ ਫਿਰ ਤਾਂ ਗੱਲ ਬਣ ਸਕਦੀ ਹੈ। ਜੇ ਪਹਿਲੇ ਕਹੇ ਕਿ ਮੈਂ ਜਾਣਦਾ, ਫਿਰ ਮਹਾਂਪੁਰਸ਼ ਕਹਿੰਦੇ ਆ, ਰੱਬ ਕਹਿੰਦਾ ਚੰਗਾ ਫਿਰ ਤੂੰ ਜਾਣਦਾ ਹੀ ਆ, ਜਾ ਕਰੇ, ਮੈਂ ਇੱਥੋਂ ਕੋਈ ਲੈਣਾ, ਫਿਰ ਤੂੰ ਕੋਈ ਸਤਿਨਾਮ ਸੀ। ਇਸ ਕਰਕੇ ਸੰਤ ਜਣਾ ਬਿਨ ਭਾਈਆ, ਹਰ ਕਿਨੈ ਨ ਪਾਇਆ ਨਾਉ। ਜਿੰਨਾ ਚਿਰ ਅਸੀਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਨਹੀਂ ਕਰਦੇ, ਉਹਨਾਂ ਦੀ ਸੰਗਤ ਵਿੱਚ ਨਹੀਂ ਆਉਂਦੇ, ਉਹਨਾਂ ਚਿਰ ਸਾਨੂੰ ਇਹ ਭਾਈ ਬਣ ਜਾ ਰਹੇ ਹੋ, ਪਰਮੇਸ਼ਰ ਦੀ ਪ੍ਰਾਪਤੀ ਜਾਂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵਿੱਚ ਹਉਮੈ ਕਰਮ ਕਮਾਵਦੇ, ਇਹ ਦੁਨੀਆ ਤਾਂ ਹੰਕਾਰ ਹੀ ਨਹੀਂ ਛੱਡਦੀ। ਜਿਉ ਵੇਸੋ ਪੁੱਤ ਨਿਨਾਓ। ਅਤੇ ਇਹੋ ਜਿਹਾ ਮਨੁੱਖ ਜਿਹੜਾ ਗੁਰੂ ਵਾਲਾ ਨਹੀਂ, ਉਹ ਨਿਗੋਰਾ ਹੈ, ਔਰ ਉਸ ਦਾ ਜੀਵਨ ਇੱਕ ਬੇਸਵਾ ਵਰਗਾ ਹੈ, ਦੁਰਾਚਾਰੀ ਇਸਤਰੀ ਵਰਗਾ ਹੈ, ਜਿਸ ਦੇ ਪੁੱਤਰ ਦੇ ਪਿਓ ਦਾ ਨਾਂ ਪਤਾ ਨਹੀਂ ਕੀ ਹੈ, ਕੌਣ ਹੈ ਉਹਦਾ ਪਿਓ। ਕੋ ਸਤਿਨਾਮ ਸ੍ਰੀ। ਸਾਡਾ ਤਾਂ ਕੋਈ ਹੈ ਨਾ, ਸਾਡਾ ਸੰਸਾਰੀ ਬਾਪ ਵੀ ਹੈ ਅਤੇ ਦਰਗਾਹੀ ਬਾਪ ਗੁਰੂ ਗੋਬਿੰਦ ਸਿੰਘ ਹੈ। ਕੋ ਸਤਿਨਾਮ ਸ੍ਰੀ। ਪਰ ਸਾਕਤ ਵਿੱਚ ਹਉਮੈ ਕਰਮ ਕਮਾਵਦੇ, ਇਹ ਦੁਨੀਆ ਜਿਹੜੀ ਹੈ ਹੰਕਾਰ ਦੇ ਵਿੱਚ ਹੀ ਵਿਚਰਦੀ ਹੈ, ਔਰ ਇਹਨਾਂ ਦਾ ਮਾਨੋ ਕੋਈ ਅੱਗਾ ਪਿੱਛਾ ਹੈ ਹੀ ਨਹੀਂ। ਜੀਵਾਤਮਾ ਨੇ ਮਾਤਲੋਕ ਵਿੱਚ ਆ ਕੇ ਆਪਣੇ ਗੁਰਦੇਵ ਮਾਤਾ, ਗੁਰਦੇਵ ਪਿਤਾ ਨੂੰ ਧਾਰਨ ਨਹੀਂ ਕੀਤਾ। ਵੇਸਵਾ ਪੁੱਤ ਨਿਨਾਓ, ਜਿਵੇਂ ਵੇਸਵਾ ਦੇ ਬੱਚੇ ਦਾ ਪਤਾ ਨਹੀਂ ਕਿਹੜਾ ਪਿਓ ਹੈ, 2900 ਆਉਂਦੇ ਆ, 2900 ਜਾਂਦੇ ਆ। ਜਿਉ ਵੇਸਵਾ ਪੁੱਤ ਨਿਨਾਓ, ਪਿਤਾ ਜਾਤ ਤਾਂ ਹੋਈ ਹੈ, ਗੁਰ ਤੁੱਠਾ ਕਰੇ ਪਸਾਓ। ਜਦੋਂ ਗੁਰੂ ਕਿਰਪਾ ਕਰਕੇ ਸਾਡੇ 'ਤੇ ਬਖਸ਼ਿਸ਼ ਕਰਕੇ ਨਾਮ ਦੀ ਦਾਤ ਦਿੰਦਾ ਹੈ, ਅਤੇ ਉਹ ਗੁਰੂ ਸਾਡਾ ਬਾਪ ਬਣਦਾ ਹੈ। ਜੋਗੀਆਂ ਦਾ ਬਾਪੂ ਗੋਰਖਨਾਥ ਹੈ, ਗੁਰਸਿੱਖਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਹੈ। ਕੋ ਸਤਿਨਾਮ ਸ੍ਰੀ। ਗੁਰੂ ਨਾਨਕ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਵੇਂ ਕਿਸੇ ਦੁਰਾਚਾਰੀ ਇਸਤਰੀ ਦਾ ਪੁੱਤਰ ਹੈ ਜਿਹੜਾ, ਉਸ ਦਾ ਪਿਤਾ ਕੌਣ ਕਹੀਏ, ਦਰਗਾਹ ਦੇ ਵਿੱਚ ਸਤਸੰਗੀਆਂ ਨੂੰ ਸ਼ੋਭਾ ਮਿਲਦੀ ਹੈ, ਵਡਿਆਈ ਮਿਲਦੀ ਹੈ। ਕੁਝ ਸੰਗੀਆਂ ਨੂੰ ਤਾਂ ਜਮਦੂਤ ਖਿੱਚੀ ਫਿਰਦੇ ਆ, ਕੋਈ ਛਡਾਉਣ ਵਾਲਾ ਨਹੀਂ ਦਿਸਦਾ, ਕਿਉਂਕਿ ਸੰਸਾਰੀ ਤਾਂ ਸੰਬੰਧ ਇੱਥੇ ਟੁੱਟ ਜਾਂਦੇ ਹੈ। ਅਤੇ ਗਾਹਾਂ ਨਾਮ ਨੇ ਛਡਾਉਣਾ ਸੀ, ਉਹ ਨਾਮ ਨੂੰ ਆਪਣਾ ਮਾਲਕ ਨਹੀਂ ਬਣਾਇਆ, ਨਾਮ ਲਿਆ ਨਹੀਂ, ਗੁਰੂ ਵਾਲਾ ਬਣਿਆ ਨਹੀਂ। ਇਸ ਕਰਕੇ ਪਿਤਾ ਜਾਤ ਤਾਂ ਹੋਈ ਹੈ, ਅਤੇ ਪਿਤਾ ਦੀ ਜਾਤ ਹੀ ਸਾਡੀ ਜਾਤ ਹੁੰਦੀ ਹੈ ਨਾ। ਸੁਨਿਆਰਾਂ ਦੇ ਬੱਚੇ ਸੁਨਿਆਰਾਂ ਦਾ ਪਿਤਾ, ਸੁਨਿਆਰ ਦਾ ਬੱਚਾ, ਘੁਮਿਆਰ ਦਾ ਪੁੱਤਰ ਘੁਮਿਆਰ ਦਾ ਬੱਚਾ। ਇਸ ਤਰ੍ਹਾਂ ਜ਼ਿਮੀਂਦਾਰ ਦਾ ਪੁੱਤਰ ਜ਼ਿਮੀਂਦਾਰ ਦਾ ਬੱਚਾ, ਤਾਂ ਉਹਨਾਂ ਦੇ ਬਾਪ ਦਾ ਕੋਈ ਨਾਂ ਹੈ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ,
पिता जात तां होई है गुर तुठा करे पसाओ। पिता वाली जात तां मिलती है। हुण साडियां जातां पातां खत्म करके असीं फिर भी नहीं हटदेगे। ये जी सिद्धू है, ये भुल्लर है, ये फलाने ध्योंके, ते जिहड़ा सिंह ते कौर शब्द है चक ही दिता, जिहड़ा प्यो ने दिता सानू सही। गुरु गोबिंद सिंह जी दे ये निशानी है कि साडे नाम दे मगर सिंह लगे। ये साडे प्यो का नाम दिता होया। कहो सतनाम श्री। सवा लाख से एक लड़ाऊं तब है गोबिंद सिंह नाम कहाऊं। ते लड़ाया तो फिर गोबिंद राय तो गोबिंद सिंह बने। कहो सतनाम अमर की दात दे के। ते आपां सिंह तां ही कहावांगे जे गुरमत अनुसार चलांगे। ते जे गुरमत अनुसार नहीं चलना फिर सिंह भी नहीं सिख भी नहीं। कहो सतनाम सो सिख सखा बंद पै भाई। जे गुर के भाने विच आवे मेरे प्रीतम जी कहते जिन्हां ने गुरु पिता दी नाम की दात ले ली। सतगुरां दे दो तरह के बच्चे है। एक बिंदी पुत्र है वो उन्हां दे 4 साहिबजादे आ। एक नादी पुत्र है वो खालसा पंथ है। सारे खालसा पंथ के बच्चे ये माता साहब कौर ते पिता गुरु गोबिंद सिंह जी के बच्चे हैं। कहो सतनाम श्री। सारा खालसा पंथ। पिता जात तां होई है जां तुठा करे पसाओ। बन जा रहे हो सानू प्यो बनाना चाहिए। तो प्यो साडा गुरु गोबिंद सिंह है, गुरु नानक है। जदों गुरु खुश होके साडे ते किरपा करदा है, नाम की दात देना करदा है, तो पिता परमेश्वर की जात वाले बन जाईदा। बाकी जातां खत्म हो जांदियां। असीं हुण गुरु के सिंह हाँ। बस ये साडी जात है। ते भाई दया राम, भाई धर्मचंद, भाई हिम्मत राय, भाई मोहकम चंद, भाई साहब चंद अमृत छकण तो बाद सारियां दियां पिछलियां जातां खत्म, सारे बन गए सिंह। कहो सतनाम श्री। ये जातां पातां ही तो खत्म करनियां सी। गुरु पातशाह जी ने पहाड़ी राजियां नूं कहा भी तुसीं भी साडे नाल रलो, तुहानूं पक्के ही राज दे देंगे। तुसीं अमृत छको और सिंह बनो। छड्डो ये भीम चंद ते केसरी चंद आदि नामां नूं, सिंह नाम रखाओ। वो कहन लगे जी अमृत तां छक लांगे पर असीं बोती ते धोती नहीं छड्डनी। फिर कहंदे जाओ, फिर सानूं तुहाडी लोड़ भी नहीं। जे साबत सूरत होवोगे, जनेऊ बोधी धोती छड्ड के साडे पहरे विच आओगे, सिंह सजोगे, फिर तुहानूं मैं जुगां जुगांतर तक दा राज दे सकदा। नहीं फिर तुहाडी मर्जी आ, रहो औरंगजेब दे जूले थल्ले असीं की लैना। कहते जी अमृत तां छका दिओ, सानूं कल्लियां नूं छका दिओ। कहते कल्लियां नूं नहीं छकाउणा, यही तां विचों फास कढनी है। जिहड़ी जात पात का डंडा अड़िया लोगों के गल विच बई असी ब्राह्मण हाँ, ये शूद्र है, यही तो खत्म करने असी। ये पहाड़िए अपने आप को ब्राह्मण समझते सी। कहो सतनाम श्री। इस करके पातशाह जी ने उन्होंने अमृत दिता नहीं। फिर वो कहते सानू कल्लियां नूं छका दिओ जी अड्ड, असीं इन्हां नीचां दे विच नहीं छकना। कहते फिर नहीं छकाउणा। तीजे पातशाह ने शुरुआत करती सी, जिहड़ा मैनूं मिलना चाहुंदा है पहला लंगर विच बह के प्रशादा छक के आवे, पट्टी ते बह के थल्ले बह के। ते उत्थे राजे अकबर ने भी छकिया ते उत्थे प्रेमे वर्गियां ने भी छकिया थल्ले बैठ के, धरती ते बैठ के। इस करके सतगुरु पातशाह जी कहते पिता जात तां होई है गुर तुठा करे पसाओ। वड भागी गुर पाया। वो वड्डे भागां वाले हन जिन्हां ने गुरु की प्राप्ति कर ली, जिन्हां नूं गुरु मिल गया वो वड्डे भागां वाले हन। एह निसलगा भाओ उन्हां दे हिरदे विच दिन रात परिपूर्ण परमेश्वर परमात्मा दे मिलाप दी लिव लगी रहिंदी है। ते जिन्हां दे अंदर हमेशा लिव लगी रहिंदी है वो पहुँच जाते हैं। ਜਿਹੜੇ ਰਸਤੇ 'ਤੇ ਚੱਲਦੇ ਰਹਿੰਦੇ ਆ
ਉਹ ਪੈਂਡਾ ਤੈਅ ਕਰਕੇ ਮੰਜ਼ਿਲ 'ਤੇ ਪਹੁੰਚ ਜਾਂਦੇ ਆ। ਜਿਹੜੇ ਰਸਤੇ ਦੀਆਂ ਵਸਤੂਆਂ ਦੇਖ ਕੇ ਖੜ ਜਾਂਦੇ ਆ ਉਹ ਰਹਿ ਜਾਂਦੇ ਆ। ਇੱਕ ਵਾਰੀ ਇੱਕ ਰਾਜੇ ਨੇ ਇੱਕ ਜੁਗਤ ਰਚੀ। ਉਹ ਰਾਜੇ ਨੇ ਕੀ ਕੀਤਾ, ਇੱਕ ਰਚਨਾ ਰਚੀ। ਆਪਣੇ ਤਖ਼ਤ ਦੇ ਸਾਹਮਣੇ ਲੰਬੇ ਰਸਤੇ ਦੇ ਉੱਤੇ ਐਨ ਸਿਰੇ ਦੇ ਉੱਤੇ ਬੜੇ ਸਵਾਦਲੇ ਭੋਜਨ ਰੱਖ ਦਿੱਤੇ। ਉਸ ਤੋਂ ਅੱਗੇ ਹੋਰ ਏਸੀ ਕਮਰੇ, ਐਸ਼ੋ ਇਸ਼ਰ ਦੀਆਂ ਸਹੂਲਤਾਂ। ਉਸ ਤੋਂ ਅੱਗੇ ਗੁਰੂ ਪਿਆਰਿਓ ਨਸ਼ਿਆਂ ਦਾ ਜੁਗਾੜ ਕਰ ਦਿੱਤਾ। ਉਸ ਤੋਂ ਅੱਗੇ ਇਸਤਰੀਆਂ ਦਾ ਵਿਸਵਾ ਆਦਿ ਇਸਤਰੀਆਂ ਦਾ ਜੁਗਾੜ ਕਰ ਦਿੱਤਾ। ਬਾਗਾਂ ਦਾ ਜੁਗਾੜ ਕਰ ਦਿੱਤਾ ਔਰ ਸੋਨੇ ਚਾਂਦੀ ਮਾਇਆ ਦਾ ਇੰਤਜ਼ਾਮ ਕਰਤਾ। ਔਰ ਹੁਕਮ ਦੇਤਾ ਵੀ ਜਿਹੜਾ ਮੇਰੇ ਤੱਕ ਪਹੁੰਚ ਗਿਆ ਮੈਂ ਉਹਨੂੰ ਆਪਣਾ ਰਾਜ ਦੇ ਦੂੰਗਾ। ਕਹੋ ਸਤਨਾਮ ਸ੍ਰੀ। ਤੇ ਬਹੁਤ ਸਾਰੇ ਲੋਕ ਚੱਲੇ। ਕਈ ਤਾਂ ਫਲ ਫਰੂਟ ਖਾਣ 'ਚ ਹੀ ਰੁੱਝ ਗਏ, ਕਈ ਏਸੀ ਵਾਲੇ ਕਮਰਿਆਂ 'ਚ ਬੈਠ ਕੇ ਰੱਬ ਨੂੰ ਭੁੱਲ ਗਏ, ਤੇ ਕਈ ਗੁਰੂ ਪਿਆਰਿਓ ਉਦੋਂ ਥੋੜ੍ਹਾ ਗਾਂਹ ਟੱਪੇ ਬਾਗਾਂ ਦੀ ਸੈਰ ਕਰਨ 'ਚ ਰਹਿ ਗਏ। ਕਈ ਆਖਰੀ ਵੱਟ ਹੈ ਜਿਹੜੀ ਬੇਸਵਾ ਆਦਿ ਇਸਤਰੀਆਂ ਉਹਨਾਂ ਦੇ ਮੋਹ ਵਿੱਚ ਫਸ ਗਏ। ਰਾਜੇ ਤੱਕ ਕੋਈ ਪਹੁੰਚਿਆ ਨਹੀਂ ਤੇ ਰਾਜ ਕਿਹਨੂੰ ਦੇਵੇ। ਕੋ ਸਤਨਾਮ ਸ੍ਰੀ। ਉਹ ਰਾਜਾ ਹੈ ਪਰਮੇਸ਼ਰ। ਪਰਮੇਸ਼ਰ ਨੇ ਸ੍ਰਿਸ਼ਟੀ ਦੇ ਵਿੱਚ ਰਚਨਾ ਐਸੀ ਰਚ ਦਿੱਤੀ ਤੇ ਨਾਲੇ ਫਿਰ ਹੁਕਮ ਦਿੰਦਾ, ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰਿ ਆਪ ਨਿਵਾਰੇ, ਅਪਦਾ ਭਈ ਬਤੀਤ। ਤੁਹਾਡੇ ਦੁਸ਼ਮਣਾਂ ਦਾ ਖਾਤਮਾ ਹੋ ਗਿਆ, ਦੁੱਖਾਂ ਦਾ ਸਮਾਂ ਖਤਮ ਹੋ ਗਿਆ, ਤੁਹਾਨੂੰ ਮੈਂ ਮਨੁੱਖ ਬਣਾਇਆ, ਹੁਣ ਤੁਸੀਂ ਗੁਰੂ ਵਾਲੇ ਬਣ ਕੇ ਪੁੱਤ ਘਰੇ ਆ ਜਾਓ। ਕਹੋ ਸਤਨਾਮ ਸ੍ਰੀ। ਹੁਣ ਘਰੇ ਕੋਈ ਜਾਵੇ ਤੇ ਉਹਦਾ ਰਾਜ ਲਵੇ ਤੇ ਰਸਤੇ ਵਿੱਚ ਹੀ ਦੁਨੀਆ ਫਸ ਗਈ। ਰਸ ਸੋਇਣਾ, ਰਸ ਰੂਪਾ, ਕਾਮਣ, ਰਸ ਪਰਮਲ ਕੀ ਵਾਸ। ਸੋਨੇ ਚਾਂਦੀ ਦਾ ਰਸ, ਇਸਤਰੀ ਦਾ ਰਸ, ਪਰਮਲ ਹੁੰਦੇ ਆ ਸੈਂਟ, ਸੈਂਟਾਂ ਦਾ ਰਸ, ਪਰਾਈ ਨਿੰਦਿਆ ਚੁਗਲੀ ਦਾ ਰਸ, ਪਰਮਲ ਪਰਾਈ ਮੈਲ। ਨਿੰਦਿਆ ਚੁਗਲੀ ਦਾ ਰਸ ਵੀ ਬੰਦੇ ਨੂੰ ਆਉਂਦਾ ਨਾ, ਜਿੱਥੇ ਕਿਸੇ ਦੀ ਨਿੰਦਿਆ ਹੁੰਦੀ ਉੱਥੇ ਖੜ ਜਾਂਦਾ, ਜਿੱਥੇ ਆਪਦੀ ਵਡਿਆਈ ਹੁੰਦੀ ਹੈ ਖੜ ਕੇ ਸੁਣਦਾ ਕਿੱਡੀ ਸੋਹਣੀ ਮੇਰੀ ਵਡਿਆਈ ਹੋ ਰਹੀ ਹੈ। ਰਸ ਘੋੜੇ ਦਾ ਸੇਜਾ ਮੰਦਰ। ਪਹਿਲਾਂ ਘੋੜੇ ਹੁੰਦੇ ਸੀ, ਹੁਣ ਗੱਡੀਆਂ, ਗੱਡੀਆਂ ਦਾ ਰਸ, ਪੋਲੇ ਬੈਡਾਂ ਦਾ ਰਸ, ਕੋਠੀਆਂ ਦਾ ਰਸ, ਰਸ ਮਿੱਠਾ, ਖਾਣ ਵਾਲੀਆਂ ਮਿੱਠੀਆਂ ਵਸਤੂਆਂ ਦਾ ਰਸ, ਕੌੜੀਆਂ ਦਾ ਰਸ, ਸ਼ਰਾਬਾਂ ਦਾ ਰਸ, ਰਸ ਮਿੱਠਾ, ਰਸ ਮਾਸ, ਮਾਸ ਦਾ ਰਸ। ਇਤੇ ਰਸ ਸਰੀਰ ਕੇ ਇੰਨੇ ਰਸਾਂ ਵਿੱਚ ਬੰਦਾ ਫਸਿਆ ਹੋਇਆ। ਦੇਖਦਾ ਭਲਾ ਕਹਿ ਘਟ ਨਾਮ ਨਿਵਾਸ, ਕਿਸੇ ਖੂੰਜੇ 'ਚ ਨਾਮ ਚੱਲਦਾ ਇਹਦੇ? ਨਹੀਂ ਜੀ, ਇਹ ਤਾਂ ਰਸਾਂ ਨਾਲ ਭਰਿਆ ਹੋਇਆ, ਖਾਲੀ ਹੈ ਹੀ ਨਹੀਂ ਕਿਸੇ ਪਾਸੇ। ਕੋਈ ਸਤਨਾਮ। ਕਹਿ ਘਟ ਨਾਮ ਨਿਵਾਸ, ਦੱਸ ਮੈਂ ਨਾਮ ਕਿੱਥੇ ਰੱਖਾਂ? ਸਾਰਾ ਭਾਂਡਾ ਤਾਂ ਰਸਾਂ ਦਾ ਭਰ ਛੱਡਿਆ, ਨਾਮ ਦਾ ਰਸ ਕਿਵੇਂ ਰੱਖਾਂ? ਇਸ ਕਰਕੇ ਬਾਬਾ ਜੀ ਕਹਿੰਦੇ ਜਦੋਂ ਗੁਰੂ ਤਰੁੱਠ ਕੇ ਖੁਸ਼ ਹੁੰਦਾ ਹੈ, ਕਿਰਪਾ ਕਰਦਾ ਹੈ, ਬੜ ਭਾਗੀ ਗੁਰ ਪਾਇਆ ਹਰ ਅਹਨਿਸ ਲਾਗਾ ਭਾਓ। ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਮਿਲ ਗਿਆ। ਉਹ ਦਿਨ ਰਾਤ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਆ, ਲਗਾਤਾਰ ਲੱਗੇ ਰਹਿੰਦੇ ਆ ਤੇ ਅਖੀਰ ਉਹਨਾਂ ਨੂੰ ਪਰਮੇਸ਼ਰ ਆਪਣੇ ਘਰ ਲੈ ਜਾਂਦਾ ਬਾਂਹ ਫੜ ਕੇ। ਪ੍ਰੀਤਮ ਜੀ ਕਹਿੰਦੇ ਵਡ ਭਾਗੀ ਗੁਰ ਪਾਇਆ ਐਨਿਸ ਲਾਗਾ ਭਾਓ। ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ। ਜਨ ਨਾਨਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਭਾਵ ਚੌਥੇ ਸਤਿਗੁਰੂ ਰਾਮਦਾਸ, ਚੌਥੇ ਨਾਨਕ ਕਹਿੰਦੇ ਹਨ ਜਿਨ੍ਹਾਂ ਦੇ ਅੰਦਰ ਇਹ ਕਿਰਪਾ ਹੋਈ, ਉਹਨਾਂ ਨੇ ਬ੍ਰਹਮ ਨੂੰ ਪਛਾਣ ਲਿਆ ਆਪਣੇ ਅੰਦਰੋਂ ਹੀ। ਜਨ ਨਾਨਕ ਬ੍ਰਹਮ ਪਛਾਣਿਆ ਅਹਨਿਸ ਲਾਗਾ ਭਾਓ। ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ। ਹੁਣ ਆਓ ਇਹ ਕਰਮ ਕਰੀਏ। ਕਿਹੜਾ? ਹਰੀ ਦੀ ਸਿਫਤ ਦਾ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਜਪੋ
ਵਾਹਿਗੁਰੂ 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 ਵਾਹਿਗੁਰੂ। ਹਰ ਕੀਰਤ ਕਰਮ ਕਮਾਓ। ਸਾਨੂੰ ਹੁਕਮ ਹੋਇਆ ਵੀ ਮਿਲ ਗਿਆ ਨਾ, ਹੁਣ ਇਹਨੂੰ ਵਧਾ, ਹੁਣ ਤੂੰ ਵੀ ਕੁਛ ਕਰਨਾ। ਸਤਿਗੁਰ ਨੇ ਕਿਰਪਾ ਕਰਤੀ, ਸਾਨੂੰ ਪੰਜ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਦੇਤੀ। ਪੰਜ ਬਾਣੀਆਂ ਪੜ੍ਹ ਕੇ ਸਾਡੇ ਅੰਦਰ ਨਾਮ ਚਲਾ ਦਿੱਤਾ। ਹੁਣ ਇਹਨੂੰ ਚੱਲਦਾ ਰੱਖਣ ਵਾਸਤੇ ਹੈਂਡਲ ਮਾਰਦੇ ਰਹੋ। ਔਰ ਨਲਕਾ ਲਵਾਇਆ ਨਾ ਆਪਾਂ ਘਰੇ, ਧਰਤੀ ਵਾਲਾ ਨਲਕਾ ਜਦ ਮਿਸਤਰੀ ਫਿੱਟ ਕਰਦੇ ਆ ਉਹ 'ਚੋਂ ਪਾਣੀ ਨਹੀਂ ਨਿਕਲਦਾ। ਪੈਪਾਂ ਵੀ ਪਾ ਦਿੰਦੇ ਆ, ਬੋਕੀ ਪਾ ਦਿੰਦੇ ਆ, ਸਰੀਆ ਪਾ ਦਿੰਦੇ ਆ, ਹੱਥੀ ਲਾ ਦਿੰਦੇ ਆ, ਪਰ ਜੋ ਪਾਣੀ ਨਹੀਂ ਨਿਕਲਦਾ। ਇਵੇਂ ਪਰਮੇਸ਼ਰ ਨੇ ਸਾਨੂੰ ਤਿਆਰ ਕਰਤਾ, ਬਾਡੀ ਬਣਾਤੀ, ਇਹ 'ਚੋਂ ਅੰਮ੍ਰਿਤ ਨਹੀਂ ਨਿਕਲਦਾ। ਕਹੋ ਸਤਨਾਮ ਸਿੰਘ, ਉਹ 'ਚੋਂ ਪਾਣੀ ਨਹੀਂ ਨਿਕਲਦਾ। ਫਿਰ ਮਿਸਤਰੀਆਂ ਨੇ ਕੀ ਕੀਤਾ, ਉਹਦੇ ਉੱਤੋਂ ਪਾਣੀ ਪਾਇਆ, ਨਲਕੇ ਦੇ ਉੱਤੋਂ ਦੀ ਬਾਲਟੀਆਂ ਨਾਲ ਪਾਣੀ ਪਾਇਆ ਪਹਿਲਾਂ, ਅਤੇ ਉਹ ਪਾਈਪ ਨੂੰ ਉੱਤੋਂ ਲੈ ਕੇ ਥੱਲੇ ਬੋਕੀ ਤੱਕ ਸਾਰਾ ਭਰਤਾ। ਇਹਦੇ ਨਾਲ ਕੀ ਹੋਇਆ, ਉਤਲਾ ਪਾਣੀ ਅਤੇ ਹੇਠਲਾ ਪਾਣੀ ਦੋਨੇ ਜੁੜ ਗਏ ਅਤੇ ਵਿੱਚੋਂ ਜਿਹੜੀ ਹਵਾ ਸੀ ਉਹ ਨਿਕਲ ਗਈ। ਸਾਡੇ ਤੇ ਨਾਮ ਦੇ ਵਿਚਾਲੇ ਜਿਹੜੀ ਹੈ ਹੰਕਾਰ ਦੀ ਹਵਾ ਫਸੀ ਹੋਈ ਹੈ, ਕਾਮ ਦੀ ਹਵਾ ਹੈ, ਕ੍ਰੋਧ ਦੀ ਹਵਾ ਹੈ। ਇਹ ਪੰਜ ਗੈਸਾਂ ਹੀ ਆ। ਇਹ ਪੰਜ ਗੈਸਾਂ ਹੈ ਜਿਨ੍ਹਾਂ ਦੇ 9 ਪਾਤਸ਼ਾਹ ਨੇ ਰੱਖੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਪੰਜ ਗੈਸਾਂ ਸਾਡੇ ਦਿਮਾਗ ਨੂੰ ਚੜ੍ਹੀਆਂ ਹੋਈਆਂ। ਅਤੇ ਅੰਮ੍ਰਿਤ ਕਿੱਥੋਂ ਬਣੇ ਇਹਦੇ ਅੰਦਰ, ਕਿੱਥੋਂ ਨਿਕਲੇ ਅੰਮ੍ਰਿਤ ਦੀ ਬੂੰਦ। ਅਤੇ ਨਲਕੇ ਵਾਲੇ ਮਿਸਤਰੀਆਂ ਨੇ ਨਲਕਾ ਫਿੱਟ ਕਰਕੇ, ਉਹਨਾਂ ਨੂੰ ਪਤਾ ਸੀ ਆਪਾਂ ਤਾਂ ਡੰਡੀ ਮਾਰੀ ਗਏ, ਨਿਕਲੇ ਹੀ ਨਹੀਂ ਗਾ। ਬੜਾ ਜ਼ੋਰ ਲਾਉਣੇ ਆ, ਰੋਜ਼ ਭੱਜ ਦੌੜ ਕਰਦੇ ਆ ਕਿਤੇ ਰੱਬ ਲੱਭ ਜੇ, ਪਰ ਐਂ ਲੱਭਿਆ ਹੀ ਨਹੀਂ ਹਜੇ ਤੱਕ। ਲੱਭਿਆ ਤਾਂ ਗੁਰੂ ਦੀ ਕਿਰਪਾ ਨਾਲ। ਫਿਰ ਨਲਕੇ ਵਾਲੇ ਨੂੰ ਪੁੱਛਿਆ ਵੀ ਪਾਣੀ ਕਿਉਂ ਨਹੀਂ ਨਿਕਲਦਾ, ਕਹਿੰਦੇ ਉੱਤੋਂ ਪਾਣੀ ਪਾਇਆ ਸੀ, ਕਹਿੰਦੇ ਨਹੀਂ, ਕਹਿੰਦੇ ਪਾਓ। ਫਿਰ ਜਦੋਂ ਪੈਪ ਨੂੰ ਥੱਲਿਓਂ ਉੱਤੋਂ ਤੱਕ ਭਰ ਦਿੱਤਾ ਅਤੇ ਫਿਰ ਉਸਦੇ ਜਦ ਮਾਰੀ ਬੋਕੀ, ਉਹਦੀ ਡੰਡੀ ਮਾਰੀ, ਹੱਥੀ ਹਿਲਾਈ, ਤਾਂ ਫਿਰ ਗੁਰੂ ਪਿਆਰਿਓ ਉਹਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਕਹੋ ਸਤਨਾਮ ਸਿੰਘ। ਫਿਰ ਹੁਣ ਤੁਸੀਂ ਰੋਜ਼ ਡੰਡੀ ਮਾਰਦੇ ਰਹੋ, ਜਿੰਨਾ ਮਰਜ਼ੀ ਕੱਢੀ ਚਲੋ, ਥੱਲੇ ਸਮੁੰਦਰ ਹੈ, ਸਾਗਰ ਹੈ, ਥੱਲੇ ਪਾਣੀ ਦੇ ਪਤਾਲ ਦੇ ਵਿੱਚ ਪਾਣੀ ਬਹੁਤ ਹੈ। ਇਵੇਂ ਜਿਵੇਂ ਅੰਮ੍ਰਿਤ ਦੀ ਗੱਲ ਹੈ, ਪੰਜ ਪਿਆਰਿਆਂ ਨੇ ਸਾਡੇ ਪੈਪਾਂ ਦੇ ਵਿੱਚੋਂ ਇੱਕ ਵਾਰੀ ਗੈਸ ਕੱਢਤੀ, ਹਵਾ ਕੱਢਤੀ, ਬਾਹਰੋਂ ਅੰਮ੍ਰਿਤ ਛਕਾਤਾ ਪੰਜ ਬਾਣੀਆਂ ਬਣਾ ਕੇ। ਫਿਰ ਸਾਨੂੰ ਕਹਿੰਦੇ ਹੁਣ ਸਿੱਖਾ ਤੂੰ ਇਹ ਡੰਡੀ ਮਾਰਦਾ ਰਹੀਂ। ਕਿਹੜੀ? ਨਿਤਨੇਮ ਕਰਨਾ, ਨਹੀਂ ਤਾਂ ਫਿਰ ਵਾਹਿਗੁਰੂ 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 ਵਾਹਿਗੁਰੂ, ਇਹ ਡੰਡੀ ਮਾਰਦੇ ਰਹੋ। ਜੇ ਨਲਕਾ ਚੱਲਦਾ ਰਹੇ ਤਾਂ ਪਾਣੀ ਸਾਫ਼ ਆਉਂਦਾ ਰਹਿੰਦਾ, ਖੜਾ ਦਿਓਗੇ ਤਾਂ ਜੜ ਲੱਗ ਜੂਗੀ, ਬੋਕੀ ਗਲ ਜੋ, ਮੁੜ ਕੇ ਨਿਕਲਣਾ ਨਹੀਂ। ਫਿਰ ਪੰਜ ਪਿਆਰਿਆਂ ਕੋਲ ਜਾਣਾ ਪੈਣਾ। ਕਹੋ ਸਤਨਾਮ। ਫਿਰ ਮਿਸਤਰੀ ਕੋਲ ਜਾਣਾ ਪੈਣਾ। ਇਸ ਕਰਕੇ ਜਦੋਂ ਗੁਰੂ ਉੱਠ ਕੇ ਸਾਡੇ 'ਤੇ ਕਿਰਪਾ ਕਰਦਾ ਹੈ, ਉਹਨਾਂ ਦੇ ਅੰਦਰ ਫਿਰ ਦਿਨ ਰਾਤ ਪਰਮੇਸ਼ਰ ਦੇ ਨਾਲ ਲਿਵ ਲੱਗੀ ਰਹਿੰਦੀ ਹੈ। ਵਡਭਾਗੀ ਗੁਰ ਪਾਇਆ, ਹਰ ਐਨਸ ਲਾਗਾ ਭਾਉ, ਜਾਂ ਨਾਨਕ ਬ੍ਰਹਮ ਪਛਾਣਿਆ। ਹੁਣ ਬ੍ਰਹਮ ਦੀ ਪਛਾਣ ਗੁਰੂ ਨੇ ਕਰਾਤੀ। ਹੁਣ ਤੂੰ ਰੋਜ਼ ਇਹਨੂੰ ਪਛਾਣਦਾ ਰਹੇ, ਤਾਂ ਕਿ ਕੱਲ੍ਹ ਨੂੰ ਜਦੋਂ ਸਰੀਰ ਛੱਡੇਗਾ ਫਿਰ ਇਸ ਬ੍ਰਹਮ ਦੇ ਕੋਲ ਹੀ ਜਾਣਾ ਤੂੰ। ਜਿਸ ਪਰਮੇਸ਼ਰ ਦੀ ਪਛਾਣ ਗੁਰੂ ਨੇ ਕਰਾਤੀ ਨਾ, ਕੱਲ੍ਹ ਨੂੰ ਸਰੀਰ ਛੱਡ ਕੇ ਇੱਥੇ ਜਾਣਾ। ਜਿਸ ਤਰ੍ਹਾਂ ਵਿਚੋਲੇ ਨੇ ਲੜਕੀ ਅਤੇ ਲੜਕੇ ਦੋਨਾਂ ਦੇ ਘਰ ਦਾ ਇੱਕ ਦੂਜੇ ਨੂੰ ਜਾਣ ਪਛਾਣ ਕਰਾਤੀ, ਹੁਣ ਦੋਨੇ ਆਉਂਦੇ ਜਾਂਦੇ ਰਹਿਣ। ਕਹੋ ਸਤਨਾਮ। ਵਿਚੋਲੇ ਦਾ ਕੰਮ ਨਿਬੜਿਆ। ਗੁਰੂ ਨੇ ਕਿਰਪਾ ਕਰਤੀ, ਸਾਨੂੰ ਆਪਣੇ ਸੱਚਖੰਡ ਨਾਲ ਜਾਣ ਪਛਾਣ ਕਰਾਤੀ। ਹੁਣ ਅਸੀਂ ਉੱਥੇ ਰੋਜ਼ ਸਿਮਰਨ ਕਰਕੇ ਜਾਇਆ ਕਰੀਏ, ਆਇਆ ਕਰੀਏ, ਜਾਇਆ ਕਰੀਏ, ਆਇਆ ਕਰੀਏ। ਜਿਵੇਂ ਇੱਕ ਵਾਰ ਕੀ ਹੋਇਆ, ਸਾਈਂ ਮੀਆਂ ਮੀਰ ਜੀ ਗੁਰੂਆਂ ਦੇ ਬੜੇ ਹੀ ਪਿਆਰੇ ਸੀ, ਪ੍ਰੇਮ ਸੀ। ਹਰਿਮੰਦਰ ਸਾਹਿਬ ਦੀ ਨਿਉ ਰਖਾਈ ਸਾਈਂ ਮੀਆਂ ਮੀਰ ਲਿਸ਼ੀ ਤੋਂ, ਫਕੀਰ ਤੋਂ। ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੋ ਗਈ, ਛੇਵੇਂ ਪਾਤਸ਼ਾਹ ਗੱਦੀ 'ਤੇ ਆ ਗਏ।
एक दिन साईं मियाँ मीर जी के मन में इच्छा हुई भी किते हरगोबिंद साहब मेरे डेरे में चरण पाउण। उन्होंने इच्छा पैदा की ते उहदी इच्छा हरगोबिंद साहब ने सुनी आ। इधर भी प्यार है, दोनों पासे प्यार है। उहदी खिच बनी तो वह चल पिया गुरु साहब नूं लैके जाण वास्ते। इधरों गुरु साहब चल पे साईं दे डेरे जाण वास्ते। राह विच दोने इकट्ठे हो गए। कहो सतनाम सी। ते साईं मियाँ मीर जी छेवें पातशाह जी की घोड़े की लगाम फड़ के अपने डेरे विच ले गए और लिजा करके साईं मियाँ मीर ने सतगुरु हरगोबिंद साहब जी नूं अपने आसन ते बिठाया, आप उन्हां दे साइड ते बह गया। बड़ा प्यार दिता, बड़ा सत्कार दिता, बड़ियां विचारां चलियां, बड़ियां गल्लां बातां होईयां। साईं मियाँ मीर दे चेले भी होणगे, उन्होंने भी देखिया। ये गल मौके दे राजे शाहजहां कोले पहुँच गई। किते राजे शाहजहां नूं किसी मुसलमान ने दस दिता, वेखो जी अपना वड्डा पीर मन्निया परमन्निया श्रोमणी जिवें साडा जथेदार अकाल तख्त दा, उन्हां दा पीर वो वड्डा मन्निया होया। पर ये साडे पीर ने अज गलती की, अपने आप नूं छुटियाता, छोटा करता। किवें? इन्हें सिखां दे गुरु नूं लिया के आपदी गद्दी ते बिठा लिया। कहो सतनाम सी। शाहजहां नूं गुस्सा आ गया। वो चल के आया साईं दे दर ते, कहन लग्या साईं जी तुहाडी गलती आ, दसो बई तुसीं सिखां दे गुरु नूं अपने डेरे च लैके आए? कहने हाँ। कहने चलो डेरे च ले आए, फिर तुसीं उन्हां नूं आपदे आसन ते क्यों बिठाया? तुसीं साडे उच्चे मन्ने परमन्ने पीर हो ते तुसीं अपने थां ते उन्हां नूं क्यों बिठाया? साईं मियाँ मीर दा बड़ा सोहना जवाब सी। कहन लग्या राजा साहब आए दसो भी तुसीं राजे हो ना? कहने हाँ। ਜਿਹੜੇ लोग सोनू जानते हैं भी ये साडा राजा, नमस्कार करते हैं, सलाम करते हैं? कहने हाँ। जे तुसी किसी ऐसे देश चले जाओ जिथे उन्होंने पता ही ना हो भी राजा है, कि वो सलाम करनगे? कहते नहीं। कहते बस यही गल है। जदों असी सजदे भी जाने आ, सजदा हुंदा हैगा सिमरन करते हुए सुरत नूं शब्द नाल इकवें कर लेना, इहनूं सजदा कहंदे आ मुसलमानी बोली च। जदों असी सजदे भी जाने आ, सिमरन विच डुबदे हाँ, अल्लाह नाल जुड़दे हाँ, तो जदों सानूं उत्थे अल्लाह के दर्शन हुंदे है, ये सिखां दे गुरु, सिखां दे पीर हरगोबिंद साहब दे हुंदे आ। कहो सतनाम। जिहड़ा इत्थे गुरु है, यही दरगाह विच अल्लाह है, यही दरगाह विच रब है। मैं वेख लिया ध्यान जोड़ के, साईं मियाँ मीर जी कहंदे मैं देख लिया जिहड़ा इत्थे गुरु है ना, ये सिखां दा गुरु नहीं, वर्ल्ड दा गुरु है, संसार दा गुरु है, तिन्ना लोकां दा पीर है ये। ते जदों कल नूं कोई भी शरीर छड्ड के जावेगा, इहदे सामने पेश होना है सचखंड च। मैनूं पता लग गया, फिर मैं क्यों ना झुकां दे अगे? बई तैनूं नहीं पता लग्या, इस करके तेरी अख अजे नहीं खुली, तू उन्होंने केवल सिखां दा पीर समझदा, सिखां दा गुरु समझदा है। पर मैनूं पता लग्या ये केवल सिखां दा नहीं, आल वर्ल्ड दा है। खत्री ब्राह्मण सूद वैस उपदेश चौं वर्ना को संग। शाहजहां नूं मुड़ के कोई जवाब नहीं आया, जिहड़ा कि साईं मियाँ मीर नूं एक तनख्वाह, एक सज़ा देण आया सी, लाउण आया सी, पर उहदा भरम दूर हो गया। कहदा सानूं पछाण आ गई है कि हरगोबिंद साहब तिन्ना लोकां दा पीर है, आल वर्ल्ड दा सारे लोकां दा गुरु है ये। कल नूं जदों शरीर छड्ड के असीं जावांगे तो इहदे कोल ही जाना है। मैनूं पछाण हो गई आ, जन नानक ब्रह्म पछाणिया। जे तुहानूं पछाण हो गई है, फिर हर कीरत कर्म कमाओ, फिर जपिया करो ना, ये कर्म करो हरी दी सिफत करन दा। ते जिहड़े करन लग पे उन्हां दे अंदर एक बदलाव आया। सुनो की बदलाव आया? जे किसी च आया तो शायद तुसीं सही रास्ते चल रहे हैं,
मन हर हर लगा चाओ, नाम जपन नूं जी करना। को सतनाम चा चढ़ना नाम जपदे हुए। वाह गुरु वाह गुरु वाह गुरु वाह गुरु। जपो जे चा चढ़दा तो जपो उची। वाह गुरु 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 वाह गुरु। मन हर हर लगा चाओ, उन्हां दे अंदर चाह चढ़दा है, उन्हां दे अंदर जल्दी उठण दा चाह चढ़दा है, उन्हां दे अंदर बैठ के नाम जपण दा जी करदा है। तो जो रोटी खाण नूं जी करे तो शरीर तंदुरुस्त है, जो नाम जपण नूं जी करे आत्मा तंदुरुस्त है तुहाडी। जे भुख ना लगे तो शरीर बीमार है, नाम जपण नूं जी ना करे तो फिर मन बीमार है, आत्मा बीमार है साडी। को सतनाम श्री तंदुरुस्त उदों है जो जपण नूं जी करदा है। प्रीतम जी कहंदे मन हर हर लगा चाओ, किन्हां नूं? एक ये गल कित्थे घट रही है, घटना कित्थे घट रही है? जिथे गुरपूरे नाम दिरड़ाया, जिथे पूरे गुरु ने नाम पक्का करता, सिख दे हिरदे विच बिठा दिता, रख दिता, दीवा जगा दिता, जिथे नाम दा। गुरपूरे नाम दिरड़ाया, हर मिलिया हर प्रभ नाओ। ते जिन्हां नूं हरि दा नाम मिल गया उन्हां दे अंदर चाह चढ़न लग पिया, नाम जपण लग पे। अरहाओ ये दूसरा पदा संपूर्ण होया। हुण ये नाम जपना किन्ने चिर है? बनजारे कहंदे, ध्यान दिओ, बनजारे कहंदे जी ये किन्ना चिर जपना चाहिदा? गुरु नानक देव जी जप रहे ना, ज्यों सवेर दे बैठे लगातार ही जप रहे। अज रात पै गई, रात नूं भी उस तरह चौंकड़ा मार के सिमरन च बैठे आ। अद्धी क रात टप गई, बेबे उठी, माता तृप्ता की वेखदी है? मेरा पुत्र नानक हजे मंजे ते बैठा ही है, लंबा नहीं पिया। आके पुछदी है, पुत तू हजे बैठा ही है, पै जा हुण, अद्धी रातों टाइम टप गया, देख खित्ती तारे कित्थे पहुँच गए। उदों घड़ियां नहीं सी हुंदियां, पै जा। बाबा नानक जी कहते माता किवें पै जा? मेरी ते ओ बंबीहे दी शर्त लगी हुई आ, पपीहे नूं हजे पानी नहीं मिलिया, वो किद्दें दा 6 महीने हो गए, पीओ 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 करी जांदा, हटदा ही नहीं। ते आपां भी नहीं हटना। वाह गुरु वाह गुरु वाह गुरु वाह गुरु वाह गुरु वाह गुरु। किन्ना चिर जपना है? हुण समझ लो इस साखी दे विचों धन गुरु नानक देव जी कहने माता जी पपीहे नाल मेरी शर्त लगी हुई है। उत्थे साखी लिखिया मेरी बंबीहे नाल होड़ लगी हुई है, शर्त भी पहला कौन हटदा, पहला किहदा माल किहनूं प्राप्त हुंदा। ते जिन्ना चिर मैनूं मेरा मालक नहीं मिल जाता मैं किवें चुप कर जां। कहो सतनाम श्री। तो मैनू लगता जे मैं पहला चुप कर गया तो मेरी मौत हो जानी आ, इस करके मैं मौत तो डरदा भी नहीं चुप करदा। जिन्ना चਿਰ मैं नाम जपदा मेरी मौत नेड़े नहीं आ सकती। उत्थे फिर शब्द उचारिया पातशाह जी ने, आसा महला पहला आखां जीवां विसरै मर जाओ, आखण औखा साचा नाओ, साचे नाम की लागै भूख, उत भूखै खाए चलीए तुर जाणगे दुख, उत भूखै भुख लगी तो खाइए तो खून वध बनता है, बिना भुख तो खाइए तो खून नहीं बनता, भुख लगी तो खाने का बड़ा फायदा। साचे नाम की लागै भूख उत भूखै खाए चलीए दुख, सो क्यों विसरै मेरी माए, साचा साहिब साचा नाए रहा। मैं किवें चुप करके सौ जा माता, मेरा जी करदा मैं जपी जावां, जिदे मिले उदे ही मिले। गुरपूरे नाम दिरड़ाया, हर मिलिया हर प्रभ नाओ रहाओ।
ਵਣਜਾਰੇ ਪੁੱਛਦੇ ਆ ਕਿੰਨਾ ਚਿਰ ਜਪੀਏ, ਤੇ ਗੁਰੂ ਰਾਮਦਾਸ ਜੀ ਕਿੰਨਾ ਟਾਈਮ ਕਹਿੰਦੇ ਆ, ਅਗਲਾ ਭਲਾ ਕੱਲ ਨੂੰ ਸਰਵਣ ਕਰਾਂਗੇ। ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ, ਜਿੰਨਾ ਚਿਰ ਮੌਤ ਨਹੀਂ ਆ ਜਾਂਦੀ ਕਹੋ ਸਤਨਾਮ ਸ੍ਰੀ, ਓਨਾ ਚਿਰ ਆਖਰੀ ਸਵਾਸ ਤੱਕ ਓਨਾ ਚਿਰ। ਮਹਾਰਾਜ ਓਨਾ ਚਿਰ ਜਪਣ ਦਾ ਕੀ ਫਾਇਦਾ ਹੋਊਗਾ, ਕੀ ਫਾਇਦਾ ਦੱਸਦੇ ਆ ਲਗਾਤਾਰ ਜਪਣ ਦਾ, ਇਹ ਆਪਾਂ ਵਿਚਾਰ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ 'ਤੇ ਹੈ, ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ, ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।